ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸੰਗਤਾਂ ਦੇ ਨਾਲ ਜੋ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਜਨਮ ਸਮੇਂ ਅਚਰਜ ਕੌਤਕ ਘਟਨਾਵਾਂ ਵਰਤੀਆਂ ਉਹਨਾਂ ਦਾ ਜ਼ਿਕਰ ਆਪ ਸੰਗਤਾਂ ਦੇ ਨਾਲ ਕਰੇਗਾ। ਜਿਵੇਂ ਆਪ ਜੀਆਂ ਨੂੰ ਪਤਾ ਵੀ ਹੈ ਕਿ ਇਸ ਚੈਨਲ ਤੇ ਬਾਬਾ ਜਵਾਲਾ ਸਿੰਘ ਜੀ ਦੇ ਜੀਵਨ ਦੀ ਲੜੀਵਾਰ ਕਥਾ ਆਰੰਭੀ ਗਈ ਹੈ। ਸੋ ਮਹਾਂਪੁਰਖਾਂ ਦੇ ਜੀਵਨ ਦਾ ਅਗਲਾ ਭਾਗ ਅੱਜ ਸਾਂਝਾ ਕੀਤਾ ਜਾ ਰਿਹਾ ਹੈ। ਬਾਬਾ ਕਾਨਦਾਸ ਅਬਧੂਤ ਜੀ ਦੀ ਸੇਵਾ ਤੋਂ ਬਰ ਪ੍ਰਾਪਤ ਕਰਕੇ ਸਤਿਗੁਰਾਂ ਦੇ ਦੱਸੇ ਮਾਰਗ ਤੇ ਚੱਲਦਿਆਂ ਆਪਣੀ ਜ਼ਿੰਦਗੀ ਦਾ ਸਮਾਂ ਬਤੀਤ ਕਰਨ ਲੱਗ ਪਏ। ਪਰ ਮਾਤਾ ਰਾਜ ਕੌਰ ਦੇ ਚਿੱਤ ਵਿੱਚ ਪੁੱਤਰ ਦੀ ਤੀਬਾ ਇੱਛਾ ਅਜੇ ਵੀ ਬਹੁਤ ਸੀ। ਸੋ ਸਤਿਗੁਰਾਂ ਨੇ ਆਪਣੇ ਸੇਵਕਾਂ ਦੀ ਪੈਜ ਰੱਖਦਿਆਂ ਪੁੱਤਰ ਦੀ ਉਮੀਦ ਯਕੀਨ ਵਿੱਚ ਬਦਲ ਦਿੱਤੀ। ਖੁਸ਼ੀ ਬਾਣੀ ਪੜ੍ਹਦਿਆਂ 10 ਮਹੀਨਿਆਂ ਉਪਰੰਤ ਪੁੱਤਰ ਪੈਦਾ ਹੋਇਆ। ਸਾਰੇ ਪਰਿਵਾਰ ਵਿੱਚ ਖੁਸ਼ੀ ਹੀ ਖੁਸ਼ੀ ਵਰਤਣ ਲੱਗੀ। ਭੈਣਾਂ ਲਈ ਤਾਂ ਜਿਵੇਂ ਚੰਨ ਚੜ੍ਹ ਗਿਆ ਹੋਵੇ। ਸਾਰੇ ਪਰਿਵਾਰ ਨੂੰ ਤਾਂ ਸੰਸਾਰ ਖੁਸ਼ ਬਸਦਾ ਪ੍ਰਤੀਤ ਹੋਣ ਲੱਗਾ। ਜਦ ਕਿ ਪਹਿਲਾਂ 7 ਧੀਆਂ ਦੇ ਹੁੰਦਿਆਂ ਵੀ ਸੰਸਾਰ ਸੁੰਨਾ ਲੱਗਦਾ ਸੀ। ਭੈਣਾਂ ਨੇ ਆਪਣੇ ਜੀਵਨ ਨੂੰ ਸਫਲਾ ਸਮਝਿਆ। ਸਵਾ ਮਹੀਨੇ ਬਾਅਦ ਕੜਾਹ ਪ੍ਰਸ਼ਾਦ ਕਰਕੇ ਗੁਰਦੁਆਰਾ ਸਾਹਿਬ ਗਏ। ਗ੍ਰੰਥੀ ਪਾਸੋਂ ਮੁੱਖ ਵਾਕ ਸੁਣਿਆ ਜੋ ਇਹ ਸੀ, अविनाशी जीवन को दाता सिमरत सब मलक होई, गुण निदान भगतन को बर्तन बिरला पावै कोई। श्री मुख वाक के पहले अखर ऐड़े ते बालक का नां अक्षर सिंह रखा गया। शुकराने वजों श्री गुरु ग्रंथ साहिब जी का सहज पाठ करवाया। वाहिगुरू की बख्शिश जान के काका अक्षर सिंह की पालना बहुत सुचੱਜੇ ढंग नाल शुरू हुई। ਭੈਣਾਂ ਨੂੰ ਤਾਂ ਕਾਕਾ ਖਿਡਾਉਣ ਵਿੱਚ ਬਾਰੀ ਵੀ ਨਹੀਂ ਮਿਲਦੀ ਸੀ। ਇਸ ਤਰ੍ਹਾਂ 3 ਸਾਲ ਬੀਤ ਗਏ ਤਾਂ ਮਾਤਾ ਰਾਜ ਕੌਰ ਨੂੰ ਫਿਰ ਬੱਚੇ ਦੀ ਉਮੀਦਵਾਰੀ ਹੋਈ। ਪਰ ਪਹਿਲੇ ਬੱਚੇ ਨਾਲੋਂ ਮਾਤਾ ਜੀ ਨੂੰ ਆਪਣਾ ਸਰੀਰ ਕੁਝ ਸੁਖਮਈ ਤੇ ਹਲਕਾ ਜਿਹਾ ਲੱਗੇ ਤੇ ਹਮੇਸ਼ਾ ਦਿਲ ਖੁਸ਼ ਰਹਿੰਦਾ। ਸਰੀਰ ਵਿੱਚ ਗਰਭ ਧਾਰਨ ਨਾਲ ਕੋਈ ਆਲਸ ਪੈਦਾ ਨਹੀਂ ਹੋਈ, ਸਗੋਂ ਚੁਸਤ ਤੇ ਉਦਮੀ ਲੱਗੇ। ਬਾਣੀ ਪੜ੍ਹਨ ਦੀ ਅਭਿਲਾਸ਼ਾ ਹਰ ਸਮੇਂ ਲੱਗੀ ਰਹਿੰਦੀ ਤੇ ਕਦੇ ਸੁਪਨੇ ਵਿੱਚ 10 ਗੁਰੂ ਸਾਹਿਬਾਨਾਂ ਦੇ ਦਰਸ਼ਨ ਦਿਵ ਰੂਪ ਵਿੱਚ ਹੁੰਦੇ ਰਹਿੰਦੇ। ਇਸ ਤਰ੍ਹਾਂ ਇੱਕ ਦਿਨ ਅੰਮ੍ਰਿਤ ਵੇਲੇ ਬੜੇ ਹੀ ਅਲੌਕਿਕ ਤਰੀਕੇ ਨਾਲ ਦਰਸ਼ਨ ਹੋਏ ਤੇ ਸੁਪਨੇ ਵਿੱਚ ਇਹ ਬਚਨ ਵੀ ਕਹੇ ਕਿ ਹੇ ਦੇਵੀ, ਹੁਣ ਅਸੀਂ ਤੁਹਾਨੂੰ ਇੱਕ ਮਹਾਪੁਰਸ਼ ਪੁੱਤਰ ਦੀ ਦਾਤ ਬਖਸ਼ ਰਹੇ ਹਾਂ। ਇਹ ਹੈਰਾਨ ਕਰ ਦੇਣ ਵਾਲਾ ਸੁਪਨਾ ਸੀ, ਕਿਉਂਕਿ ਮਾਈਆਂ ਦੀ ਪ੍ਰਸੰਨਤਾ ਤਾਂ ਸਧਾਰਨ ਕਾਰੋਬਾਰੀ ਪੁੱਤਰ ਵਿੱਚ ਹੀ ਹੁੰਦੀ ਹੈ। ਪਰ ਸਤਿਗੁਰਾਂ ਵੱਲੋਂ ਹੋਈ ਆਕਾਸ਼ਬਾਣੀ ਨਾਲ ਮਾਤਾ ਦੇ ਚਿੱਤ ਨੂੰ ਕੋਈ ਅਗੰਮੀ ਖੁਸ਼ੀ ਮਿਲੀ ਤੇ ਉਹਨਾਂ ਨੇ ਇਸ ਖੁਸ਼ੀ ਭਰੇ ਸੁਪਨੇ ਨੂੰ ਲੁਕੋ ਕੇ ਰੱਖਣ ਦਾ ਯਤਨ ਕੀਤਾ। ਪਰ ਅਤਿਅੰਤ ਖੁਸ਼ੀ ਵਿੱਚ ਪੈਦਾ ਹੋਇਆ ਵਿਸਮਾਦ ਪ੍ਰਗਟ ਕਰਨ ਦੀ ਇੱਛਾ ਬਹੁਤ ਤੀਬਰ ਹੋ ਗਈ। ਜਿਵੇਂ ਫੁੱਲ ਖਿੜਨ ਤੋਂ ਪਹਿਲਾਂ ਹੀ ਬਾਸ਼ਨਾ ਦਾ ਅਨੁਭਵ ਵਿਚਾਰਬਾਨਾਂ ਨੂੰ ਹੋ ਜਾਂਦਾ ਹੈ, ਸੋ ਮਾਤਾ ਜੀ ਨੇ ਸੁਪਨੇ ਦੀ ਵਿਚਿੱਤਰ ਗਾਥਾ ਨਾਰਾਇਣ ਸਿੰਘ ਪਤੀ ਦੇਵ ਨੂੰ ਦੱਸ ਹੀ ਦਿੱਤੀ। ਤਾਂ ਨਾਰਾਇਣ ਸਿੰਘ ਜੀ ਨੇ ਕਿਹਾ ਕਿ ਭਲੀਏ ਲੋਕੇ, ਇਹ ਵੀ ਕੋਈ ਕੌਤਕ ਹੈ, ਕਿਉਂਕਿ ਮੈਨੂੰ ਵੀ ਰਾਤੀ ਸਤਿਗੁਰਾਂ ਨੇ ਸੁਪਨ ਦਰਸ਼ਨ ਵਿੱਚ ਇਹੋ ਹੀ ਵਚਨ ਕਹੇ ਸਨ। ਮੈਨੂੰ ਯਾਦ ਆਈ ਕਿ ਸਾਡੇ ਬਜ਼ੁਰਗਾਂ ਉੱਤੇ 10ਵੇਂ ਪਾਤਸ਼ਾਹ ਨੇ ਜੋ ਰਹਿਮਤ ਕੀਤੀ ਸੀ ਉਹ ਬਾਬਾ ਕਾਨਦਾਸ ਦੇ ਬਚਨ ਅਨੁਸਾਰ ਪ੍ਰਗਟ ਹੋ ਰਹੀ ਹੈ। ਸੋ ਮੇਰਾ ਵਿਚਾਰ ਹੈ ਕਿ ਤੁਹਾਨੂੰ ਹੁਣ ਬਹੁਤਾ ਸਮਾਂ ਰਾਤ ਨੂੰ ਨਾਮ ਸਿਮਰਨ ਵਿੱਚ ਬਿਤਾਉਣਾ ਚਾਹੀਦਾ ਹੈ। ਸਤਿਗੁਰਾਂ ਦੀ ਦਇਆ ਦਾ ਸਮਾਂ ਆ ਗਿਆ ਹੈ। ਮਾਤਾ ਜੀ ਨੂੰ ਅਰਸ਼ ਫਰਸ਼ ਵਿੱਚ ਕੁਸ਼ਲਤਾ ਮਾਲੂਮ ਹੋਣ ਲੱਗੀ। ਜੋਤਿਸ਼ ਅਨੁਸਾਰ ਸ਼ੁਭ ਪੁੱਖ ਨਛੱਤਰ ਵੀ ਸੰਜੋਗ ਨਾਲ ਆ ਮਿਲਿਆ। 21 ਵਿਸਾਖ ਸਨ 1946 ਬਿਕਰਮੀ ਮੁਤਾਬਕ 3 ਮਈ 1899 ਈਸਵੀ ਦਿਨ ਐਤਵਾਰ ਨੂੰ ਅੰਮ੍ਰਿਤ ਵੇਲੇ 2 ਵਜੇ ਬੱਚੇ ਦਾ ਜਨਮ ਹੋਇਆ। ਇੱਕ ਬਹੁਤ ਹੀ ਅਚਰਜ ਫਿਰ ਕੌਤਕ ਵਰਤਿਆ। ਗੱਲ ਇਹ ਕਿ ਮਾਤਾ ਜੀ ਨੂੰ ਉਸ ਸਮੇਂ ਪ੍ਰਸੂਤ ਦੀ ਕੋਈ ਪੀੜਾ ਨਹੀਂ ਹੋਈ। ਬਾਲਕ ਆਮ ਬੱਚਿਆਂ ਵਾਂਗ ਰੋਇਆ ਨਹੀਂ। ਬੱਚੇ ਦੀ ਦ੍ਰਿਸ਼ਟੀ ਕੁਝ ਲੇਵਲੀਨ ਜਿਹੀ ਸੀ, ਪਰ ਮੁਖੜੇ ਤੇ ਖੇੜਾ ਸੀ। ਪਹਿਲਾਂ ਤਾਂ ਦਾਈ ਉਦਾਸ ਹੋਈ ਕਿ ਬੱਚੇ ਵਿੱਚ ਆਮ ਬੱਚਿਆਂ ਵਾਂਗ ਹਿਲਜੁਲ ਨਹੀਂ ਹੈ, ਬੱਚਾ ਕਿਤੇ ਮੁਰਦਾ ਹੀ ਨਾ ਹੋਵੇ। ਪਰ ਜਦੋਂ ਬੱਚੇ ਦੇ ਚਿਹਰੇ ਵੱਲ ਦੇਖਿਆ ਤਾਂ ਉੱਥੇ ਜਲਾਲ ਤੇ ਖੇੜੇ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਜਦੋਂ ਦਾਈ ਨੇ ਆਪਣੀ ਨਿਗਾਹ ਬੱਚੇ ਤੋਂ ਹਟਾ ਕੇ ਕਮਰੇ ਦੀਆਂ ਕੰਧਾਂ ਦੇਖੀਆਂ ਤਾਂ ਘਰ ਵਿੱਚ ਜਿਹੜੇ ਘਿਓ ਦੇ ਦੀਵੇ ਜਗ ਰਹੇ ਸਨ, ਉਹ ਦੀਵਿਆਂ ਦੀ ਰੋਸ਼ਨੀ ਤੋਂ ਉੱਪਰ ਕੁਝ ਨਿਮੀ ਤੇ ਮਿੱਠੀ ਰੋਸ਼ਨੀ ਪ੍ਰਤੀਤ ਹੋਈ। ਦਾਈ ਨੇ ਮਹਿਸੂਸ ਕੀਤਾ ਕਿ ਕੋਈ ਦਿਵ ਜੋਤ ਬੱਚੇ ਤੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਹਸਤ ਕਮਲ ਫੈਲਾਈ ਬੈਠੀ ਹੈ। ਕਹਿੰਦੇ ਨੇ ਕਿ ਇਹ ਚਮਤਕਾਰ ਮਿੰਟਾਂ ਵਿੱਚ ਹੀ ਗਾਇਬ ਹੋ ਗਿਆ ਤੇ ਦਾਈ ਨੂੰ ਇਹ ਚਮਤਕਾਰ ਨਿਸ਼ਚਾ ਕਰਾ ਗਿਆ ਕਿ ਇਹ ਬਾਲਕ ਮੁਰਦਾ ਨਹੀਂ, ਸਗੋਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦਾ ਪਾਤਰ ਬਣ ਕੇ ਸੰਸਾਰ ਵਿੱਚ ਆਇਆ ਹੈ, ਜੋ ਕਿ ਗੁਰਸਿੱਖੀ ਮਾਰਗ ਤੇ ਆਪ ਚੱਲਦਿਆਂ ਹੋਰਨਾਂ ਨੂੰ ਵੀ ਉਸ ਮਾਰਗ ਦੇ ਪਾਂਧੀ ਬਣਾਵੇਗਾ।
ਦਾਈ ਇਹ ਕੌਤਕ ਦੇਖ ਕੇ ਪ੍ਰਸੰਨਤਾ ਵਿੱਚ ਝੂਮ ਉੱਠੀ ਤੇ ਆਪਣੇ ਆਪ ਨੂੰ ਭਾਗਸ਼ਾਲੀ ਸਮਝਣ ਲੱਗੀ। ਤੇ ਉਧਰ ਮਕਾਨ ਵਿੱਚੋਂ ਪ੍ਰਕਾਸ਼ ਵੀ ਅਲੋਪ ਹੋ ਗਿਆ ਤੇ ਪੂਰਬ ਦਿਸ਼ਾ ਵੱਲੋਂ ਸੂਰਜ ਦੀ ਲਾਲੀ ਦਾ ਪਹੁ ਫੁਟਾਲਾ ਹੋਣ ਲੱਗਾ। ਸੂਰਜ ਚੜ੍ਹਦੇ ਸਾਰ ਪਿੰਡ ਵਿੱਚ ਇਹ ਖੁਸ਼ੀ ਭਰੀ ਖਬਰ ਵੀ ਫੈਲ ਗਈ ਕਿ ਸਰਦਾਰ ਨਾਰਾਇਣ ਸਿੰਘ ਦੇ ਘਰ ਇੱਕ ਹੋਰ ਬਾਲਕ ਨੇ ਜਨਮ ਲਿਆ ਹੈ। ਚੌਹਾਂ ਪਾਸਿਆਂ ਤੋਂ ਚੌਧਰੀ ਸਾਹਿਬ ਨੂੰ ਲੱਗੀਆਂ ਵਧਾਈਆਂ ਮਿਲਣ। ਦਰ ਤੇ ਮੰਗਤਿਆਂ ਦੀ ਭੀੜ ਜੁੜ ਗਈ। ਮੰਗਤਿਆਂ ਨੂੰ ਦਾਨ ਦਿੱਤਾ ਗਿਆ ਤੇ ਅਸ਼ੀਰਵਾਦਾਂ ਲਈਆਂ ਗਈਆਂ। ਪਰ ਉਹਨਾਂ ਲਈ ਤਾਂ ਇਹ ਸਾਰੀਆਂ ਖੁਸ਼ੀਆਂ ਤੇ ਵਧਾਈਆਂ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਹੀ ਸਨ। ਬਸ ਅੰਤਰ ਆਤਮਾ ਤਾਂ ਗੁਰੂ ਸਾਹਿਬ ਦੇ ਨਾਮ ਸਿਮਰਨ ਵਿੱਚ ਲੱਗਾ ਹੋਇਆ ਸੀ ਤੇ ਮਾਤਾ ਰਾਜ ਕੌਰ ਜੀ ਦਾ ਮਨ ਵੀ ਸਤਿਗੁਰਾਂ ਦੇ ਨਾਮ ਵਿੱਚ ਲਿਵਲੀਨ ਖੇੜੇ ਨਾਲ ਭਰਪੂਰ ਸੀ, ਜੋ ਕਦੇ ਧੰਨ ਗੁਰੂ ਨਾਨਕ ਤੇ ਕਦੇ ਸਤਿਨਾਮ ਵਾਹਿਗੁਰੂ ਉਚਾਰਦੇ। ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਸਰਬੱਤ ਮਾਈ ਭਾਈ ਨੇ ਖੁਸ਼ੀ ਦੇ ਗੀਤ ਅਲਾਪੇ ਤੇ ਬਾਣੀ ਦਾ ਕੀਰਤਨ ਕੀਤਾ। ਹੁਣ ਹਰ ਰੋਜ਼ ਇਸ ਘਰ ਵਿੱਚ ਸ਼ਾਮ ਦੇ ਸਮੇਂ ਸੰਗਤ ਜੁੜਦੀ ਅਤੇ ਬਾਣੀ ਦਾ ਕੀਰਤਨ ਤੇ ਗੁਰ ਇਤਿਹਾਸਾਂ ਦੀ ਕਥਾ ਹੁੰਦੀ। ਕਥਾ ਕੀਰਤਨ ਉਪਰੰਤ ਮਾਤਾ ਜੀ ਮਿਸ਼ਟਾਨ ਪ੍ਰਸਾਦ ਵਰਤਾਉਣ ਲੱਗਦੇ। ਇਹ ਤਾਂ ਹੁਣ ਰੋਜ਼ ਦਾ ਕਰਮ ਹੋ ਗਿਆ ਸੀ ਤੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਆਰੰਭ ਵੀ ਹੋ ਗਿਆ। ਸਵਾ ਮਹੀਨੇ ਸਰਦਾਰ ਨਾਰਾਇਣ ਸਿੰਘ ਦੇ ਘਰ ਸਤਸੰਗ ਲੱਗਾ ਰਿਹਾ। ਗ੍ਰਾਂਥੀ ਸਿੰਘ ਨੇ ਇੰਨਾ ਚਿਰ ਬੜੀ ਲਗਨ ਨਾਲ ਪਾਠ ਕੀਤਾ। 9ਵੇਂ ਸਤਿਗੁਰਾਂ ਜੀ ਦੇ ਸ਼ਲੋਕ ਪੜ੍ਹੇ। ਰਾਗਮਾਲਾ ਪੜ੍ਹਨ ਉਪਰੰਤ 5 ਪੌੜੀਆਂ ਜਪਜੀ ਸਾਹਿਬ ਤੇ 5 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹ ਕੇ ਸਹਿਜ ਪਾਠ ਦਾ ਭੋਗ ਪਾਇਆ ਗਿਆ। ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਪਹਿਨਾ। ਆਰਤੀ ਹੋਣ ਤੋਂ ਉਪਰੰਤ ਅਰਦਾਸ ਹੋਈ। ਅਰਦਾਸ ਉਪਰੰਤ ਮੁੱਖ ਵਾਕ ਲਿਆ। ਧਨਾਸਰੀ ਮਹੱਲਾ ਪੰਜਵਾ। ਜਹਾਂ ਜਹਾਂ ਪੇਖੋ ਤਾਹਾਂ ਹਜ਼ੂਰ, ਦੂਰ ਕਤਹੋ ਨਾ ਜਾਈ। ਸੋ ਇਸ ਪ੍ਰਕਾਰ ਇਹ ਸਾਰੇ ਸ਼ਲੋਕ ਦਾ ਹੁਕਮਨਾਮਾ ਆਇਆ। ਇਸ ਸ਼੍ਰੀ ਮੁਖ ਵਾਕ ਤੇ ਪਹਿਲੇ ਜਿੱਜੇ ਅੱਖਰ ਤੋਂ ਜਵਾਲਾ ਸਿੰਘ ਜੀ ਦਾ ਨਾਮ ਰੱਖਿਆ ਗਿਆ। ਸਵਾ ਮਹੀਨੇ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਕੀਰਤਨ ਕਰਦਿਆਂ ਗੁਰਦੁਆਰੇ ਪਹੁੰਚਾਈ ਗਈ। ਕਾਕਾ ਅਛਰ ਸਿੰਘ 3 ਸਾਲ ਦੇ ਹੋ ਚੁੱਕੇ ਸਨ। ਮਾਤਾ ਰਾਜ ਕੌਰ ਜੀ ਦੋਨਾਂ ਪੁੱਤਰਾਂ ਨੂੰ ਦੇਖ ਦੇਖ ਨਾ ਥੱਕਦੇ। ਭੈਣਾਂ ਆਪਣੇ ਵੀਰਾਂ ਨੂੰ ਇਸ ਤਰ੍ਹਾਂ ਲਾਡ ਲਡਾਉਂਦੀਆਂ ਜਿਸ ਤਰ੍ਹਾਂ ਯਸ਼ੋਦਾ ਘਰ ਕ੍ਰਿਸ਼ਨ ਜੀ ਨੂੰ। ਜਿਵੇਂ ਗੁਰਬਾਣੀ ਦਾ ਫਰਮਾਨ ਵੀ ਹੈ, ਹੱਥੋਂ ਹੱਥ ਨਚਾਈ ਹੈ ਜਿਉਂ ਯਸ਼ੋਦਾ ਘਰ ਕਾਨ। ਗੱਲ ਕੀ ਸਰਦਾਰ ਨਾਰਾਇਣ ਸਿੰਘ ਦਾ ਘਰ ਅੱਜ ਮੰਗਲ ਖੁਸ਼ੀਆਂ ਵਿੱਚ ਟਹਿਕ ਰਿਹਾ ਸੀ। ਜਦੋਂ ਕਾਕਾ ਜਵਾਲਾ ਸਿੰਘ 3 ਵਰ੍ਹਿਆਂ ਦੇ ਹੋ ਗਏ ਤਾਂ ਮਾਤਾ ਰਾਜ ਕੌਰ ਨੂੰ ਤੀਜੀ ਵਾਰੀ ਫਿਰ ਬੱਚੇ ਦੀ ਉਮੀਦਵਾਰੀ ਹੋਈ ਤੇ ਸਮੇਂ ਸਿਰ ਬੱਚੇ ਨੇ ਜਨਮ ਲਿਆ। ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਮੁੱਖ ਵਾਕ ਲਿਆ। ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨੈ, ਦਇਆਲ ਪੁਰਖ ਭਗਵਾਨ ਹੈ ਨਾਨਕ ਲਿਖਤ ਨਾ ਮਾਇਆ। ਬੱਚੇ ਦਾ ਨਾਮ ਪਹਿਲੇ ਅੱਖਰ ਅਨੁਸਾਰ ਦਇਆ ਸਿੰਘ ਰੱਖਿਆ ਗਿਆ। ਅੱਗੋਂ ਸਰਦਾਰ ਦਇਆ ਸਿੰਘ ਦੇ 4 ਪੁੱਤਰ ਹਰਚੰਦ ਸਿੰਘ, ਮਹਿੰਦਰ ਸਿੰਘ, ਤਰਲੋਚਨ ਸਿੰਘ ਤੇ ਕਿਰਪਾਲ ਸਿੰਘ ਹੋਏ। ਇਸ ਤਰ੍ਹਾਂ ਬਾਬਾ ਕਾਨਦਾਸ ਉਦਾਸੀ ਜੀ ਦੇ ਬਚਨਾਂ ਅਨੁਸਾਰ ਸਰਦਾਰ ਨਾਰਾਇਣ ਸਿੰਘ ਤੇ ਮਾਤਾ ਰਾਜ ਕੌਰ ਜੀ ਦੇ ਗ੍ਰਹਿ ਪੁੱਤਰਾਂ ਦੀ ਦੌਲਤ ਖੇਡਣ ਲੱਗੀ। ਇਹ ਬੱਚੇ ਵਾਹਿਗੁਰੂ ਦੇ ਭਗਤ, ਦੇਸ਼ ਰੱਖਿਅਕ ਤੇ ਗਰੀਬਾਂ ਦੇ ਹਾਮੀ ਪਰਉਪਕਾਰੀ ਜੀਵਨ ਵਾਲੇ ਬਣੇ। ਸੋ ਬਾਬਾ ਜਵਾਲਾ ਸਿੰਘ ਜੀ ਦੇ ਜੀਵਨ ਬਾਰੇ ਹੋਰ ਵੀ ਬੜੇ ਅਚਰਜ ਕੌਤਕ ਹਨ। ਉਹ ਆਪ ਸੰਗਤਾਂ ਦੇ ਨਾਲ ਸਮੇਂ ਅਨੁਸਾਰ ਦਾ ਸਾਂਝੇ ਕਰਦਾ ਰਹੇਗਾ। ਉਸ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।